ਦੇ ਇਲੈਕਸ਼ਨ ਦੇ ਅੱਜ ਰਿਜ਼ਲਟ ਆ ਰਿਹਾ, ਰਿਜ਼ਲਟ ਚੱਲ ਰਿਹਾ ਹੈ, ਉਸ ਨੂੰ ਲੈ ਕੇ ਸਰ ਦੋਵੇਂ ਪਾਰਟੀਆਂ ਲਗਭਗ ਬਰਾਬਰੀ ਤੇ ਚੱਲ ਰਹੀਆਂ ਨੇ। ਲੱਗਦਾ ਹੈ ਕਿ ਕਾਂਗਰਸ ਦਾ ਉੱਥੇ ਵੋਟ ਸ਼ੇਅਰ ਥੋੜਾ ਵਧਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹੋਰ ਬਿਹਤਰ ਕਰ ਸਕਦੀ। ਦੇਖੋ ਮੈਨੂੰ ਤਾਂ ਮੈਂ ਐਵੇਂ ਕਹਾਂ, ਸਾਨੂੰ ਤਾਂ ਜੋ ਚੈਨਲਸ ਦੱਸ ਰਹੇ ਸੀ, ਜੋ ਹਰ ਚੈਨਲ ਦੱਸ ਰਹੇ ਸੀ, ਉਹ ਬੜਾ ਮਹਾਗਠਬੰਧਨ ਨੂੰ ਬਹੁਤ ਵਧੀਆ ਲੀਡ ਦੇ ਰਹੇ ਸੀ, ਚੰਗੀ ਦੇ ਰਹੇ ਸੀ। ਪਰ ਹੁਣ ਜੋ ਤੁਸੀਂ ਕਹਿ ਰਹੇ ਹੋ ਬਰਾਬਰ ਦੀ ਫਾਈਟ ਆ, ਜਾਂ ਜਿਹੜਾ ਬੀਜੇਪੀ ਤੇ ਉਹ ਅੱਗੇ ਆ, ਇਸ ਕਰਕੇ ਕਿਤੇ ਨਾ ਕਿਤੇ ਤਾਂ ਲੱਗ ਰਿਹਾ ਸੀ ਵੀ ਇੱਕ ਬਹੁਤ ਵੱਡੀ ਆਸ ਸੀ ਕਾਂਗਰਸ ਤੇ ਲਾਲੂ ਜੀ ਦੀ ਪਾਰਟੀ ਆ ਜਿਹੜੀ ਆਰਜੇਡੀ। ਪਰ ਜੇ ਕਮੀ ਹੋਈ ਆ, ਇਹ ਕਿਉਂ ਹੋਈ, ਇਹ ਬੜਾ ਸ਼ੱਕ ਦਾ, ਕਿਉਂਕਿ ਜਿਹੜੀਆਂ ਰੈਲੀਆਂ ਸੀ, ਜਿਹੜੇ ਇਕੱਠ ਸੀ ਲੋਕਾਂ ਦੇ, ਉਹ ਤਾਂ ਝੂਠ ਨਹੀਂ ਕਦੇ ਬੋਲਦੇ। ਜੋ ਜੋਸ਼ ਸੀ, ਜੋ ਇੱਕ ਪ੍ਰਾਈਮ ਮਿਨਿਸਟਰ ਜਦੋਂ ਗਿਆ ਤਾਂ ਉੱਥੇ 3 ਰੈਲੀਆਂ ਜਿਹੜੀਆਂ ਪ੍ਰਾਈਮ ਮਿਨਿਸਟਰ ਦੀਆਂ ਫੇਲ ਹੋ ਗਈਆਂ। ਤੇ ਇਹ ਰਿਜ਼ਲਟ ਜਿਹੜਾ ਆ ਰਿਹਾ, ਇਹਦੇ ਵਿੱਚ ਮੈਨੂੰ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਜੋ ਰਿਜ਼ਲਟ ਆਉਣਾ ਚਾਹੀਦਾ ਸੀ, ਉਹ ਸਾਡੇ ਲਈ ਇਹ ਰਿਜ਼ਲਟ ਨਹੀਂ ਗਾ। ਐਗਜ਼ਿਟ ਪੋਲ ਦੇ ਵਿੱਚ ਵੀ ਦਿਖਾਇਆ ਸੀ ਆਰਜੇਡੀ ਜਿਹੜੀ ਮੈਂ ਕਿਹਾ ਜੀ, ਜਿਹੜੇ ਚੈਨਲ ਪੂਰੇ ਪੱਕੇ ਬੀਜੇਪੀ ਦੇ ਚੈਨਲ ਜਿਹੜੇ ਕਹੇ ਜਾਂਦੇ ਆ, ਜਿਹੜਾ ਅੰਬਾਨੀ ਚੈਨਲ ਚਲਾਉਂਦਾ ਏ, ਰਿਲਾਇੰਸ ਚਲਾਉਂਦਾ ਏ, ਉਹ ਚੈਨਲਾਂ ਤੇ ਜਿਹੜਾ ਹੈ ਉਹ ਮਹਾਗਠਬੰਧਨ ਬਹੁਤ ਵੱਡੀ ਲੀਡ ਤੇ ਸੀ। ਤੇ ਇਹ ਜਿਹੜੇ ਹੁਣ ਰਿਜ਼ਲਟ ਆ ਰਹੇ ਨੇ, ਉਹ ਕਿਤੇ ਨਾ ਕਿਤੇ ਹੋਰ ਨੇ। ਲੱਗਦਾ ਕਿ ਪੰਜਾਬ ਦੀ ਰਾਜਨੀਤੀ ਤੇ ਫਰਕ ਪਊਗਾ ਬਿਹਾਰ ਦੀ ਇਲੈਕਸ਼ਨਾਂ ਦਾ ਰਿਜ਼ਲਟ ਜੀ? ਨਹੀਂ, ਉਹ ਤਾਂ ਉੱਥੇ ਤਾਂ, ਕਿਉਂਕਿ ਕਾਂਗਰਸ ਤਾਂ ਉੱਥੇ ਤਾਂ ਇੱਕ ਛੋਟਾ ਪਾਰਟਨਰ ਆ ਕਾਂਗਰਸ ਤਾਂ, ਉਹ ਤਾਂ ਉਨੀਆਂ ਕੁ ਜਿਹੜੀਆਂ ਸੀਟਾਂ 20, 25, 30 ਸੀਟਾਂ ਉਨੀਆਂ ਕੁ ਪਹਿਲਾਂ ਮੈਨੂੰ ਲੱਗਦਾ 27 ਸੀ, ਹੁਣ ਵੀ ਇਹ 25 ਕਿਤੇ ਜਿੱਤ ਰਹੇ ਆ, ਜਾਂ ਹੋਰ ਅੱਗੇ ਰਿਜ਼ਲਟ ਜਿਹੜਾ ਆ ਹੀ ਗਿਆ ਹੋਣਾ, ਹੁਣ ਮੈਨੂੰ ਨਹੀਂ ਪਤਾ। ਪਰ ਕਾਂਗਰਸ ਦੀ ਰਾਜਨੀਤੀ ਤੇ ਪਵੇ ਨਾ ਪਵੇ, ਪਰ ਜਿਹੜਾ ਇੱਕ ਐਨਡੀਏ ਨੂੰ ਜਿਹੜੀ ਢਾਹ ਲੱਗਣੀ ਸੀ, ਜਿਵੇਂ ਕਿ ਅਕਾਲੀ ਦਲ ਬਾਹਰ ਹੋ ਗਿਆ ਸੀ, ਸ਼ਿਵ ਸੈਨਾ ਬਾਹਰ ਹੋ ਗਈ ਸੀ, ਜੇ ਕਿਤੇ ਇੱਥੇ ਵੀ ਜੇਡੀਯੂ ਜੇ ਹਾਰ ਜਾਂਦਾ ਤਾਂ ਮੈਂ ਸਮਝਦਾ ਐਨਡੀਏ ਦਾ ਨਾਂ ਹੀ ਨਹੀਂ ਕੋਈ ਰਹਿਣਾ ਸੀ। ਐਨਡੀਏ ਤਾਂ ਹੁਣ ਵੀ ਨਹੀਂ ਬਚਣੀ। ਮੈਨੂੰ ਨਹੀਂ ਲੱਗਦਾ, ਜਿਸ ਹਿਸਾਬ ਨਾਲ ਅੰਕੜੇ ਦੱਸ ਰਿਹਾ ਵੀ ਬੀਜੇਪੀ ਆ ਜਿਹੜੀ ਉਹ ਸਿੰਗਲ ਲਾਰਜੈਸਟ ਪਾਰਟੀ ਬਣ ਰਹੀ ਹੈ ਤੇ ਜੇਡੀਯੂ ਪਿੱਛੇ ਆ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਜੇਡੀਯੂ ਨੂੰ, ਨਤੀਸ਼ ਨੂੰ ਇਹ ਨਾ ਹੋਵੇ ਕਿਤੇ ਬੀਜੇਪੀ ਤੇ ਕੀ ਨਾਮ ਮੁੰਡਾ ਦੂਜਾ ਪਾਸਵਾਨ, ਉਹ ਆਪਣੀ ਕੋਈ ਚਾਲ ਖੇਲਣ, ਜਾਂ ਹੋਰ ਉੱਥੇ ਕਈ ਪਲੇਅਰ ਨੇ। ਪਰ ਸਾਨੂੰ ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਝਟਕਾ ਐਨਡੀਏ ਨੂੰ ਲੱਗਣਾ ਚਾਹੀਦਾ ਸੀ, ਉਹ ਕਿਤੇ ਨਾ ਕਿਤੇ ਜਿਹੜੀ ਆਸ ਸੀ ਉਹ ਜ਼ਰੂਰ ਟੁੱਟੀ ਆ। ਪਰ ਪੰਜਾਬ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਪੰਜਾਬ 'ਚ ਬੀਜੇਪੀ ਨੂੰ ਕਿਤੇ ਪੈਰ ਲੱਗਣ ਦੀ ਥਾਂ ਹੈਗੀ ਆ? ਤੁਸੀਂ ਹੈ ਕੋਈ ਬੀਜੇਪੀ ਦੇ ਲੀਡਰ ਵਿਚਾਰੇ ਦਿੱਲੀ ਬੈਠੇ ਆ ਸਾਰੇ ਆ, ਮੈਂ ਉੱਥੋਂ ਹੀ ਆਇਆ, ਸਾਡੀਆਂ ਮੀਟਿੰਗਾਂ ਸੀ ਪਿਊਸ਼ ਗੋਇਲ ਤੇ ਅਮਿਤ ਸ਼ਾਹ ਜੀ ਨਾਲ, ਇਹ ਤਾਂ ਉੱਥੇ ਹੀ ਬੈਠੇ, ਉਹਨਾਂ ਦੀ ਗੋਦੀਆਂ 'ਚ, ਇੱਥੇ ਪੰਜਾਬ ਆਉਂਦੇ ਨਹੀਂਗੇ, ਸ਼ੰਭੂ ਤੋਂ ਵੜਨ ਨਹੀਂ ਦਿੰਦਾ ਇਹਨਾਂ ਨੂੰ ਕੋਈ। ਸਰ ਮੀਟਿੰਗ ਦੇ ਕੀ ਨਤੀਜੇ ਨਿਕਲੇ ਜੀ, ਜਿਹੜੀ ਅਮਿਤ ਸ਼ਾਹ ਦੀ ਮੀਟਿੰਗ ਹੋਈ ਸੀ? ਦੇਖੋ, ਇੱਕ ਗੱਲ ਨੂੰ ਸਮਝੋ, ਮੈਂ ਅੱਜ ਸਾਰੀ ਗੱਲ ਤੁਹਾਡੇ ਮੂਹਰੇ ਰੱਖਦਾ। ਇੱਕ ਜਿਹੜੇ ਮੈਂਬਰ ਪਾਰਲੀਮੈਂਟ ਆ, ਇੱਕ ਲੜਾਈ ਦਾ ਜਿਹੜਾ ਇੱਕ ਇਹ ਹੋ ਗਿਆ ਸੀ ਵੀ ਸੈਂਟਰ ਵਰਸਿਸ ਪੰਜਾਬ ਸਟੇਟ ਹੋ ਗਈ ਸੀ ਗੱਲ। ਤੇ ਮੇਰੀ ਤਾਂ ਹਮੇਸ਼ਾ ਇਹ ਮੈਂ ਕਹਿਣਾ ਰਿਹਾ ਹੈ ਵੀ ਸਾਡਾ ਹਿੰਦੁਸਤਾਨ ਤੇ ਸਭ ਤੋਂ ਵੱਧ ਹੱਕ ਸਾਡਾ ਹੈ। ਕੁਰਬਾਨੀਆਂ ਹੀ 2 ਸਟੇਟਾਂ ਨੇ ਦਿੱਤੀਆਂ ਹੈ, ਇੱਕ ਦਿੱਤੀ ਹੈ ਵੈਸਟ ਬੰਗਾਲ ਨੇ, ਤੇ ਉਦੋਂ ਵੱਧ ਪੰਜਾਬ ਦੇ ਨੁਕਸਾਨ ਵੰਡੇ ਵੀ ਅਸੀਂ ਗਏ ਆ, ਸਾਡਾ ਪੰਜਾਬ ਉੱਧਰ ਰਹਿ ਗਿਆ। ਤੇ ਵੀ ਆਜ਼ਾਦੀ ਦੀ ਲੜਾਈ ਸਭ ਤੋਂ ਵੱਧ ਦੇਣ, ਟੈਰਰਿਜ਼ਮ ਅਸੀਂ ਝੱਲਿਆ, ਸਭ ਕੁਝ ਅਸੀਂ। ਤੇ ਇਸ ਕਰਕੇ ਵੀ ਅਸੀਂ, ਸਾਡਾ ਜਿਹੜਾ ਹੱਕ ਆ ਸੈਂਟਰ ਤੇ, ਉਹ ਦੂਜੀਆਂ ਸਟੇਟਾਂ ਨਾਲੋਂ ਵੱਧ ਆ। ਤੇ ਇੱਥੇ ਕਈ ਐਸੇ ਮੋਰਚੇ ਲੱਗੇ ਹੋਏ ਸੀ ਕਿਸਾਨਾਂ ਤੋਂ ਇਲਾਵਾ, ਕਿਸਾਨਾਂ ਨੇ ਕਦੇ ਗੱਲ ਨਹੀਂ ਇਹ ਕੀਤੀ, ਪਰ ਕਈ ਮੋਰਚੇ ਐਸੇ ਲੱਗੇ ਸੀ, ਕਈ ਲੀਡਰ ਵੀ, ਮੈਂ ਤਾਂ ਓਪਨਲੀ ਇਹ ਉਹਨਾਂ ਦੀ ਨਿੰਦਿਆ ਕੀਤੀ ਸੀ ਵੀ ਉਹ ਖੁਦ ਮੁਖਤਿਆਰੀ ਦੀਆਂ ਗੱਲਾਂ ਕਰਦੇ ਸੀ, ਖੁਦ MSP ਦੇਣ ਦੀ ਗੱਲ ਕਰਦੇ ਸੀ, ਖੁਦ ਇਹੋ ਜਿਹੀਆਂ ਗੱਲਾਂ ਕਰਦੇ ਸੀ ਜਿਹੜੀਆਂ ਕਿ ਪੋਸੀਬਲ ਨਹੀਂ। ਸਾਡੇ ਕੋਲ ਤਾਂ ਪੰਜਾਬ ਦਾ ਇਹ ਹਾਲਾਤ ਨੇ ਵੀ ਸਾਡੇ ਕੋਲ ਤਾਂ ਤਨਖਾਹਾਂ ਦੇਣ ਨੂੰ ਹਾਲਾਤ ਨੇ ਜਿਹੜੇ ਉਹ ਔਖੇ ਹੋਏ ਪਏ ਆ। ਤੇ ਅਸੀਂ ਜਿਵੇਂ ਬੰਪਰ ਕ੍ਰੌਪ ਇਸ ਵਾਰ ਹੋਈ ਆ, ਮੱਕੜ ਸਾਹਿਬ, ਆਪਣੇ ਗੌਰਵ ਜੀ ਜਾਂ ਧੁੰਨਾ ਜੀ ਜਾਂ ਬਾਕੀ ਮੇਰੇ ਮੀਡੀਆ ਸਤਿਕਾਰੀ ਉਹ ਖੜੇ ਆ, 20-20 ਹਜ਼ਾਰ ਕਰੋੜ ਰੁਪਈਆ, 20 ਤੋਂ 30 ਹਜ਼ਾਰ ਕਰੋੜ ਰੁਪਈਆ ਇਸ ਵਾਰ ਸਾਡਾ ਜਿਹੜਾ ਪੈੜੀ ਦਾ, ਉਹ ਸਾਨੂੰ FCI ਵੱਲੋਂ MSP ਦਾ ਪੈਦਾਵਾਰ ਜਿਹੜੀ ਵੱਧ ਹੋਈ ਆ ਤਾਂ ਉਹਨਾਂ ਨੂੰ ਦੇਣਾ ਪਿਆ ਏ। ਤੇ ਅਸੀਂ ਕਿੱਥੋਂ ਚੱਲ ਲਾਂਗੇ? ਸਾਡੇ ਕੋਲ ਤਾਂ ਜਿਹੜਾ ਇਹ ਹਰ ਸਾਲ ਉਹ ਜੇ ਅਸੀਂ ਬਜਟ ਦੇਖੀਏ ਤੇ ਸਾਡੇ ਕੋਲ ਤਾਂ 10,000 ਕਰੋੜ ਰੁਪਈਏ ਤੋਂ ਉੱਤੇ ਦਾ ਘਾਟਾ ਪੈਂਦਾ ਹੈ ਸਾਨੂੰ। ਤੇ ਟੋਟਲ ਬਜਟ ਹੀ ਸਾਡਾ ਟੋਟਲ 64-65 ਹਜ਼ਾਰ ਕਰੋੜ ਦਾ ਇਹ ਟੋਟਲ ਆਪਣਾ ਬਜਟ 64-65 ਹਜ਼ਾਰ ਕਰੋੜ ਦਾ। ਤੇ ਜਿਹੜੀ ਖਰੀਦ ਹੁੰਦੀ ਹੈ ਕੱਲੀ, ਇਸ ਵਾਰ ਪਿਛਲੀ ਵਾਰ ਜੇ 70,000 ਕਰੋੜ ਦੀ ਸੀ, ਇਸ ਵਾਰ ਉਹ ਟੱਪ ਕੇ 90,000 ਕਰੋੜ ਰੁਪਈਆ ਹੋ ਗਈ। ਜਿਹੜੀ ਕੱਲੀ ਦੋਨੋਂ ਫਸਲਾਂ ਖਰੀਦਦੇ ਆ ਆਪਾਂ, ਉਹ ਡਾਟਾ ਜੇ ਆਊਗਾ ਅਗਲਾ, ਉਹ ਇਸ ਵਾਰ 70,000 ਕਰੋੜ ਤੋਂ ਟੱਪ ਕੇ 90,000 ਕਰੋੜ ਨੂੰ ਟੱਚ ਕਰੂਗਾ।
ਤੇ ਇਹ ਜਿਹੜੇ ਮੈਂ ਤਾਂ ਸਮਝਦਾ ਕੈਸੀ ਉਹਨਾਂ ਦੀ ਬੁੱਧੀ ਆ, ਕੈਸੀ ਉਹਨਾਂ ਦੀ ਸੋਚ ਆ, ਜਿਹੜੇ ਉਹ ਕਹਿੰਦੇ ਆ ਵੀ ਪੰਜਾਬ MSP ਦੇਵੇ, ਉਹ ਵੀ 23 ਫਸਲਾਂ ਨੂੰ ਦੇਵੇ, ਸਾਡਾ GST ਉਹ ਜਾਂਦਾ। ਨਾਲੇ ਸਾਡਾ ਹਿੰਦੁਸਤਾਨ ਸਾਡਾ ਦੇਸ਼ ਆ ਬਈ, ਅਸੀਂ ਅਲੱਗ ਥੋੜ੍ਹੀ ਆ ਕੋਈ, ਅਸੀਂ ਤਾਂ ਉਹ ਤੋਂ ਹਿੱਸਾ ਲੈਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਜਦੋਂ ਪੀਯੂਸ਼ ਗੋਇਲ ਨੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਜਿਹੜੀਆਂ ਨਾ ਸੁਣਨਯੋਗ ਸੀ, ਤੇ ਕੋਈ ਸਿਆਣਾ ਪੋਲੀਟੀਕਲ ਬੰਦਾ ਨਹੀਂ ਕਰਦਾ। ਕਿਉਂਕਿ ਸਭ ਤੋਂ ਪਹਿਲਾਂ ਆ ਚੁੱਗ ਐਂਡ ਕੰਪਨੀ ਤੇ ਆ ਨਕਲੀ ਜਿਹੜਾ ਸਰਦਾਰ ਬਣਿਆ ਹੈ ਕੀ ਨਾਮ ਆ ਪੁਰੀ, ਸਰ ਇਹਦਾ ਵੀ ਬਾਲ ਬੜਾ ਮਚਿਆ ਜੀ, ਬੀਜੇਪੀ ਬੜਾ ਵਿਰੋਧ ਕਰ ਰਹੀ ਹੈ। ਤੁਸੀਂ ਸੁਣੋ ਬੀਜੇਪੀ ਦੇ ਪੱਲੇ ਕੀ ਆ ਯਾਰ, ਛੱਡੋ ਬੀਜੇਪੀ ਵਾਲਾ। ਆ ਬੈਠਾ ਮੈਂ, ਆ ਜਾਣ ਬੀਜੇਪੀ ਮੇਰੇ ਨਾਲ ਗੱਲ ਕਰੇ, ਐਵੇਂ ਹੀ ਉੱਥੇ ਸੜਕਾਂ ਤੇ 20 ਮੈਂ ਗਿਣਤੀ 'ਚ ਗਿਣੀ ਸੀ ਵੀ ਕਿੰਨੇ ਬੰਦੇ ਸੀ, 15ਵਾਂ ਬੰਦਾ ਨਹੀਂ ਸੀ, 14 ਵੀ ਪੂਰੇ ਨਹੀਂ ਸੀਗੇ। ਤੇ ਗੱਲ ਮੇਰੇ ਨਾਲ ਆ ਕੇ ਆਮਣੇ ਸਾਹਮਣੇ ਕਰ ਲੈਣ, ਮੈਂ ਡਰਦਾ ਇਹਨਾਂ ਤੋਂ, ਬੀਜੇਪੀ ਵਾਲਿਆਂ ਤੋਂ ਜਾਂ ਹੋਰਾਂ ਤੋਂ। ਉੱਥੇ ਪੁਤਲੇ ਸਾੜੀ ਨਾ ਮੇਰੇ ਨਾਲ ਗੱਲ ਕਰਨ ਆ ਕੇ, ਮੈਂ ਸਿੱਧੇ ਇੱਥੇ ਬੈਠਾ, ਹੁਣ ਮੈਂ ਤੁਹਾਡੇ ਮੂਹਰੇ ਕਹਿਣਾ ਆ ਜਾ ਮੇਰੇ ਨਾਲ। ਗੱਲ ਇਹ ਨਹੀਂ ਵੀ ਚੁੱਗ ਤੇ ਇਹ ਪਹਿਲਾਂ ਪਹੁੰਚੇ ਹੋਏ, ਉਹ ਪੀਯੂਸ਼ ਗੋਇਲ ਨੂੰ ਪੁੱਠੀ ਪੱਟੀ ਪੜ੍ਹਾਈ ਤੇ ਉਹ ਕਹਿੰਦਾ ਜੀ ਇਹ ਤਾਂ ਕਾਂਗਰਸ ਦਾ ਧਰਨਾ, ਇਹ ਤਾਂ ਤੁਹਾਡੀ ਸਰਕਾਰ ਨੇ ਬਿਠਾਏ ਹੋਏ ਨੇ। ਅਸੀਂ ਕਿਹਾ ਜੀ ਤੁਸੀਂ ਪਹਿਲਾਂ ਕਿਸਾਨਾਂ ਨੂੰ ਦਲਾਲ ਕਹਿਤਾ, ਤੁਸੀਂ ਪਹਿਲਾਂ ਕਿਸਾਨਾਂ ਨੂੰ ਏਜੰਟ ਕਹਿਤਾ, ਆੜਤੀਆਂ ਦੇ ਬਿਠਾਏ ਹੋਏ ਕਦੇ ਕਹਿੰਦੇ ਹੋ, ਪਰ ਤੁਸੀਂ ਮੰਨਦੇ ਨਹੀਂ ਗੱਲ। ਇਹ ਕਿਸਾਨ ਬੈਠੇ ਆ, ਸਾਨੂੰ ਤਾਂ ਕਿਸੇ ਪਾਰਟੀ ਵਾਲੇ ਨੂੰ ਇਜਾਜ਼ਤ ਹੀ ਨਹੀਂ ਜਾਣ ਦੀ। ਤੇ ਜਦੋਂ ਬਹੁਤ ਜ਼ਿਆਦਾ, ਕਿਉਂਕਿ ਅਸੀਂ ਤਾਂ ਹੱਥ ਜੋੜ ਕੇ ਗਏ ਸੀ, ਮੰਗਣ ਗਏ ਸੀ ਆਪਣੇ ਪੰਜਾਬ ਲਈ ਟ੍ਰੇਨਾਂ, ਇੰਡਸਟਰੀ ਸਾਡੀ ਖਤਮ ਹੋ ਗਈ। ਅੱਜ 20,000 ਕਰੋੜ ਰੁਪਏ ਤੋਂ ਉੱਤੇ ਦਾ ਘਾਟਾ, ਇਹ ਲੁਧਿਆਣਾ ਜਲੰਧਰ ਮਿਲਾ ਕੇ ਦੋਨਾਂ ਨੂੰ। ਆ ਜਿਹੜਾ ਡਰਾਈ ਪੋਰਟ ਆ ਦੇਖੋ ਇੱਥੇ ਕੀ ਹਾਲ ਹੋਇਆ ਹੋਇਆ ਸਾਡੀ ਇੰਡਸਟਰੀ। ਅਸੀਂ ਤਾਂ ਹੱਥ ਜੋੜਨ ਗਏ ਸੀ ਵੀ ਭਾਈ ਕਿਸਾਨ ਕਹਿੰਦੇ ਕੁਛ ਨਹੀਂ, ਉਹ ਕਹਿ ਰਹੇ ਯੂਰੀਆ ਦੀ ਖਾਦ ਦੀ ਲੋੜ ਆ, ਕੋਲੇ ਦੀ ਲੋੜ ਆ, ਇੰਡਸਟਰੀ ਸਾਡੀ ਤਬਾਹ ਕਰਤੀ। ਅਸੀਂ ਤਾਂ ਹੱਥ ਜੋੜਨ ਗਏ ਸੀ, ਪਰ ਜਦੋਂ ਉਹਦੇ ਤੇਵਰ ਦੇਖੇ, ਉਹ ਕਹਿੰਦਾ ਤੁਸੀਂ ਤਾਂ ਲੋਟ ਹੀ ਹੋਣ ਆਏ ਹੋ। ਹੁਣ ਤੁਹਾਡੀ ਇੰਡਸਟਰੀ ਜਦ ਤੁਹਾਡੇ ਮਗਰ ਪਈ ਆ, ਹੁਣ ਤੁਹਾਡੇ ਕਿਸਾਨ ਮਗਰ ਪਏ ਆ, ਹੁਣ ਤੁਹਾਡੀਆਂ ਚੀਕਾਂ ਨਿਕਲ ਗਈਆਂ, ਇਹ ਨਹੀਂ ਟ੍ਰੇਨ ਚੱਲਣੀ। ਮੈਂ ਇਹ ਕੋਈ ਵਡਿਆਈ ਨਹੀਂ ਕਰਦਾ, ਮੈਂ ਉਦੋਂ ਹੀ ਬਾਹਰ ਆ ਕੇ ਕਿਹਾ ਸੀ, ਮੈਂ ਕਿਹਾ ਗੱਲ ਸੁਣ ਲੈ ਭਾਈ, ਇਹ ਟ੍ਰੇਨਾਂ ਤੇਰੀਆਂ ਨਹੀਂ ਗੀਆਂ, ਇਹ ਟ੍ਰੇਨਾਂ ਦੇਸ਼ ਦੀਆਂ ਏ। ਤੇ ਤੂੰ ਹੁਣ ਜੇ ਚਾਹੁੰਦਾ ਵੀ ਇਹ ਟ੍ਰੇਨਾਂ ਨੂੰ ਆਪਣੇ ਘਰੇ ਲਾ ਲਈ, ਆਪਣੇ ਕੋਲਡ ਸਟੋਰ ਚਲਾ ਲਈ। ਪਰ ਮੈਂ ਤੁਹਾਨੂੰ ਉਦਣੀ ਇਹ ਗੱਲ ਕਹੀ ਸੀ, ਅਗਲੇ ਦਿਨ ਅਮਿਤ ਸ਼ਾਹ ਜੀ ਦਾ ਸੱਦਾ ਆਇਆ, ਉਹਨਾਂ ਨੇ ਤਕਰੀਬਨ 12:30 ਸਾਨੂੰ ਟਾਈਮ ਦਿੱਤਾ। ਚਾਹੇ ਉਹ ਅਲੱਗ ਪਾਰਟੀ ਦੇ ਆ, ਦੇਸ਼ ਦੇ, ਪਰ ਹੋਮ ਮਿਨਿਸਟਰ ਨੇ, ਪਰ ਉਹਨਾਂ ਨੇ ਵਾਕਈ ਜੇ ਗੱਲ ਕੀਤੀ ਤਾਂ ਲੀਡਰਾਂ ਵਾਲੀ ਗੱਲ ਕੀਤੀ। ਜਦੋਂ ਗੱਲ ਸ਼ੁਰੂ ਹੋਈ, ਬਾਕੀ MPਆਂ ਨੇ ਵੀ ਗੱਲ ਆਪਣੀ ਆਪਣੀ ਕੀਤੀ। ਮੈਨੂੰ ਉਹਨਾਂ ਨੇ ਕਿਹਾ ਵੀ ਬਿੱਟੂ ਤੂੰ ਕੀ ਗੱਲ ਮੀਡੀਆ ਮੂਹਰੇ ਬੋਲਦਾ, ਕਿਉਂਕਿ ਪੀਯੂਸ਼ ਗੋਇਲ ਨਾਲ ਬੈਠਾ ਸੀ, ਉਹਨੇ ਅਮਿਤ ਸ਼ਾਹ ਜੀ ਨੂੰ ਗੱਲ ਆਪਣੀ ਕੀਤੀ ਹੋਣੀ ਆ ਵੀ ਇਹ ਕੱਲ ਇਸ ਗੱਲ ਲਈ। ਮੈਂ ਕਿਹਾ ਜੀ ਮੈਂ ਮੀਡੀਆ ਮੂਹਰੇ, ਕਹਿੰਦੇ ਤੂੰ ਉਰੇ ਕੋਈ ਆਪਣੀ ਗੱਲ ਰੱਖ ਕਿ ਮੀਡੀਆ ਮੂਹਰੇ ਬੋਲਦਾ। ਮੈਂ ਕਿਹਾ ਜੀ ਮੀਡੀਆ ਮੂਹਰੇ ਤਾਂ ਬੋਲੇ ਜਦੋਂ ਇੱਕ ਮੰਤਰੀ ਨੇ, ਉਹ ਵੀ ਇੱਕ ਕੈਬਨਿਟ ਮੰਤਰੀ ਰੇਲਵੇ ਦੇ ਨੇ, ਸੱਦ ਕੇ ਸਾਨੂੰ ਇੱਕ 35 ਲੱਖ ਬੰਦੇ ਨੂੰ ਨੁਮਾਇੰਦਾ, ਇੱਕ ਮੈਂਬਰ ਪਾਰਲੀਮੈਂਟ ਆ, ਤੇ ਅਸੀਂ 8 ਮੈਂਬਰ ਪਾਰਲੀਮੈਂਟ ਆਏ ਸੀ, ਕਰੋੜਾਂ ਲੋਕਾਂ ਦੀ ਆਵਾਜ਼ ਲੈ ਕੇ ਆਏ ਸੀ। ਪਰ ਤੁਸੀਂ ਉਸ ਆਵਾਜ਼ ਨੂੰ ਕੁਚਲਣ ਦੀ ਕੁੱਤ ਕੀਤੀ, ਤੁਸੀਂ ਉਸ ਆਵਾਜ਼ ਨੂੰ ਦਲਾਲ ਦੱਸਿਆ ਤੇ ਇਹ ਕਿਹਾ ਵੀ ਇਹ ਸਾਰੇ ਕਾਂਗਰਸ ਦੇ ਬਿਠਾਏ ਹੋਏ ਆ। ਤੇ ਅਸੀਂ ਜਦੋਂ ਇਹ ਗੱਲ ਕੀਤੀ ਵੀ ਕਾਂਗਰਸ ਦੇ ਨਹੀਂ ਬਿਠਾਏ ਹੋਏ, ਉਹ ਕਹਿੰਦਾ ਤੁਸੀਂ ਮੈਨੂੰ ਸਮਝਾਓਗੇ। ਤੇ ਫਿਰ ਅਸੀਂ ਉੱਥੇ, ਮੈਂ ਕਿਹਾ ਬਹਿਣ ਦਾ ਕੋਈ ਮਕਸਦ ਸੀ ਅਮਿਤ ਸ਼ਾਹ ਜੀ? ਪਰ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਵੀ ਮੈਂ ਇੱਕ ਗੱਲ ਦੇਖੋ, ਆ ਬੈਠਾ ਹੈ ਬਿੱਟੂ, ਮੈਂ ਜਦੋਂ ਅਕਾਲੀ ਦਲ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਜ਼ੋਰ ਪਾ ਰਹੇ ਸੀ ਵੀ ਰਾਜੋਆਣੇ ਨੂੰ ਛੱਡੋ, ਉਹਦੀ ਫਾਂਸੀ ਮਾਫ ਕਰੋ, ਤੇ ਮੈਂ ਅਮਿਤ ਸ਼ਾਹ ਜੀ ਨੂੰ ਮਿਲਿਆ ਸੀ, ਜਾ ਕੇ ਇਹ ਗੱਲ ਕੀਤੀ ਸੀ ਵੀ ਤੁਸੀਂ ਔਨ ਫਲੋਰ ਆਫ ਹਾਊਸ ਇਹ ਗੱਲ ਕਹੋ ਵੀ ਤੁਸੀਂ ਇਹਨੂੰ ਮਾਫ ਕਰ ਰਹੇ ਹੋ ਜਾਂ ਨਹੀਂ। ਉਹਨਾਂ ਨੇ ਮੇਰੀ ਗੱਲ ਮੰਨੀ ਤੇ ਹਾਊਸ ਆਏ ਤੇ ਮੇਰਾ ਜਵਾਬ ਦਿੱਤਾ ਵੀ ਬਿਲਕੁਲ ਮਾਫੀ ਨਹੀਂ ਹੋ। ਇਹ ਫੇਰ ਲੜੇ ਜਾ ਕੇ ਵੀ ਇੱਕ ਕਾਂਗਰਸ ਦਾ ਮੁੱਖ ਮੰਤਰੀ, ਇਹ ਕਾਂਗਰਸ ਦਾ ਮੁੱਖ ਮੰਤਰੀ ਨੂੰ ਤੁਸੀਂ ਉਹਦੇ ਕਾਤਲਾਂ ਨੂੰ ਜਿਹੜੀ ਫਾਂਸੀ, ਜਿਹੜੀ ਮਾਫੀ ਨਹੀਂ ਦੇ ਰਹੇ। ਤੇ ਉਹਨਾਂ ਨੇ ਕਿਹਾ ਵੀ ਭਾਈ ਇੱਕ ਕੋਈ ਵੀ ਨਾਗਰਿਕ ਹੋਵੇ ਐਜ਼ ਏ ਹੋਮ ਮਿਨਿਸਟਰ, ਜੇ ਉਹਨੂੰ ਕੋਈ ਮਾਰਦਾ, ਉਹਦੇ ਚੀਥੜੇ ਉਡਾਉਂਦਾ, ਤੇ ਉੱਤੋਂ ਉਹ ਇਹ ਕਹਿੰਦਾ ਵੀ ਮੈਂ ਦੁਬਾਰਾ ਵੀ ਇਹ ਕੰਮ ਕਰੂੰ ਜਦੋਂ ਮੌਕਾ ਮਿਲੇ, ਮੈਂ ਕੋਈ ਮਾਫੀ ਨਹੀਂ ਮੰਗਦਾ, ਤਾਂ ਆਮ ਬੰਦੇ ਦਾ ਵੀ ਜਿਹੜਾ ਕੋਈ ਕਾਤਲ ਹੋਊਗਾ ਮੈਂ ਉਹਨੂੰ ਛੱਡੂੰ ਨਹੀਂ, ਇਹ ਤਾਂ ਮੁੱਖ ਮੰਤਰੀ ਹੈ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਦੱਸੋ ਕੀ ਗੱਲ? ਮੈਂ ਕਿਹਾ ਜੀ ਇਹ ਗੱਲ ਪਾਰਟੀਆਂ ਤੋਂ ਛੱਡ ਕੇ ਬਿਟਵੀਨ ਦੋਨੋਂ ਸਰਕਾਰਾਂ ਦੀ, ਸਾਡੇ ਮੰਤਰੀ ਲਓ, ਉਹ ਸਰਕਾਰ ਨੇ, ਕਿਸੇ ਕਾਂਗਰਸ ਦੇ ਨਹੀਂ, ਅਕਾਲੀ ਦਲ, BJP ਨਹੀਂ, ਸਾਡੇ ਮੰਤਰੀ ਤੇ ਤੁਹਾਡੇ ਮੰਤਰੀ ਬੈਠਣ ਪਹਿਲੇ ਲੈਵਲ ਤੇ, ਉਹ ਗੱਲ ਕਰਨ। ਅਗਲੀ ਗੱਲ ਤੁਸੀਂ ਬੈਠੋ ਤੇ ਮੁੱਖ ਮੰਤਰੀ ਸਾਹਿਬ ਬੈਠੋ, ਕਿਹਦੇ ਨਾਲ? 31 ਕਿਸਾਨ ਯੂਨੀਅਨ ਨਾਲ। ਕੋਈ ਪਾਰਟੀ ਦੀ ਗੱਲ ਨਾ ਕਰੋ, ਕੋਈ ਕੁਛ ਨਾ ਕਰੋ। ਤੁਹਾਡੇ ਮੈਂ ਕਿਹਾ ਗਿਆਨੀ ਸਾਹਿਬ ਆਪ
ਚੇਅਰਮੈਨ ਲਾਏ, ਅੱਜ ਉਹ ਹਰ ਮੀਡੀਆ ਤੇ ਬੋਲ ਰਿਹਾ ਵੀ ਮੈਨੂੰ ਬੁਲਾਇਆ ਨਹੀਂ ਕਿਸੇ ਨੇ। ਅਗਲੇ ਦਿਨ ਹੀ ਗੱਲ ਜਿਆਨੀ ਸਾਹਿਬ ਨੂੰ ਸੱਦ ਲਿਆ ਉਹਨਾਂ ਨੇ, ਅਮਿਤ ਸ਼ਾਹ ਜੀ ਨੇ ਭਰੋਸਾ ਦਿਵਾਇਆ ਵੀ ਭਾਈ ਤੁਹਾਡੇ ਸੀਐਮ ਸਾਹਿਬ ਨੂੰ ਕਹੋ ਜਿਹੜੇ ਵੀ ਮੰਤਰੀ ਆਪ ਜਿਹੜੇ ਗੱਲਬਾਤ, ਅਸੀਂ ਕਿਹਾ ਜੀ ਸਾਡੇ ਤਾਂ ਕਿਸਾਨ ਗੱਲ ਕਰ ਰਹੇ ਆ, ਉਹ ਕਿਸਾਨਾਂ ਨਾਲ ਮੰਤਰੀ, ਉਹ ਕਹਿੰਦੇ ਉਹ ਮੰਤਰੀ, ਤੇ ਪਹਿਲੇ ਰਾਊਂਡ 'ਚ ਪਿਊਸ਼ ਗੋਇਲ ਜਿਹੜੀ ਸਾਡੇ ਨਾਲ ਉੱਥੇ ਗੱਲ ਹੋਈ, ਤੇ ਕ੍ਰਿਸ਼ੀ ਮੰਤਰੀ ਤੁਹਾਡੇ ਮੰਤਰੀਆਂ ਦੇ ਨਾਲ ਰਿਕੁਐਸਟ ਕਰਕੇ ਜਿੱਥੇ ਚਾਹਣਗੇ, ਜੇ ਚੰਡੀਗੜ੍ਹ ਚਾਹਣਗੇ ਚੰਡੀਗੜ੍ਹ ਬਹਿ ਜਾਾਂਗੇ, ਦਿੱਲੀ ਆਉਣਾ ਚਾਹਣਗੇ ਕਿਸਾਨ ਜਥੇਬੰਦੀਆਂ ਦਿੱਲੀ ਉਹਨਾਂ ਦੇ ਮੂਹਰੇ ਉਹਨਾਂ ਨੂੰ ਨਤਮਸਤਕ ਕਰਦੇ ਹਾਂ। ਅਸੀਂ ਪੰਜਾਬ ਦੀ ਹਰ ਜਿਹੜੀ ਉਹਨਾਂ ਨੇ ਸਾਡੇ ਦੇਸ਼ ਲਈ ਜੋ ਦੇਣ ਦਿੱਤੀ ਆ ਤੇ ਉਹਦੇ ਲਈ ਅਸੀਂ ਨਤਮਸਤਕ ਹਾਂ। ਠੀਕ ਆ, ਕਮੀਆਂ ਰਹੀਆਂ, ਕਈ ਗੱਲਾਂ ਸਾਡੇ ਕੋਲ, ਜਿਵੇਂ ਮੈਂ ਤਾਂ ਕੀ ਕਹਾਂ, ਜਾਨੀ ਸਾਹਿਬ ਨੇ ਕਹਿਤਾ ਵੀ ਜਿਹੜੇ ਬੀਜੇਪੀ ਦੇ ਚਮਚੇ ਲੀਡਰ ਨੇ ਉਹ ਜਾ ਕੇ ਉਹਨਾਂ ਨੂੰ ਪੁੱਠੀਆਂ ਪੜ੍ਹਾਈ ਪੜ੍ਹਾਉਂਦੇ ਰਹੇ। ਜਦੋਂ ਉਹ ਚਮਚੇ ਬਾਹਰ ਕੱਢਤੇ, ਚੁੱਗ ਸਾਹਿਬ ਤੇ ਪੁਰੀ ਸਾਹਿਬ ਤੇ ਅਸ਼ਵਨੀ ਜਿਹੜੇ ਚਮਚੇ ਸੀ ਉਹ ਪਰੇ ਕੱਢਤੇ, ਜਿਹੜੇ ਜੈਨੂਅਨ ਗ੍ਰਾਸ ਰੂਟ ਜੁੜੇ ਹੋਏ ਸੀ ਲੋਕ, ਜਿਹੜੇ ਲੋਕਾਂ ਦੇ ਨੁਮਾਇੰਦੇ ਸੀ, ਉਹਨਾਂ ਦੀ ਜਦੋਂ ਗੱਲ ਸੁਣੀ ਉਹ ਗੱਲ ਤੁਰ ਪਈ। ਪਰ ਹਜੇ ਵੀ ਉਹ ਇਸ ਗੱਲ ਤੇ, ਜਿਹੜਾ ਪਿਊਸ਼ ਗੋਇਲ ਆ ਉਹ ਇਸ ਗੱਲ ਤੇ ਵਾਜਦ ਸੀ ਵੀ ਨਹੀਂ ਜੀ, ਵੀ ਜੇ ਇਹ ਕਹਿੰਦੇ ਆ ਕਿਸਾਨ ਟ੍ਰੇਨਾਂ ਚਲਾਓ, ਪਹਿਲਾਂ ਆਪਣੀਆਂ ਮਾਲ ਗੱਡੀਆਂ ਚਲਾਓ ਤੇ ਨਾਲ ਦੀ ਨਾਲ ਪੈਸੇਂਜਰ ਟ੍ਰੇਨ ਚਲਾਓ, ਤੇ ਉੱਥੇ ਇਹ ਗੱਲ ਹੋਈ। ਪਿਊਸ਼ ਗੋਇਲ ਨੂੰ ਕਿਹਾ ਰਾਤ ਦਾ ਉਹਨਾਂ ਨੇ, ਅਮਿਤ ਸ਼ਾਹ ਜੀ ਨੇ, ਵੀ ਜੇ ਕਿਸਾਨ ਚਾਹੁੰਦੇ ਆ ਵੀ ਪਹਿਲਾਂ ਉਹ ਚਲਾਓ ਤੇ ਪਹਿਲਾਂ ਉਹ ਚਲਾਓ, ਪੈਸੇਂਜਰ ਬਾਅਦ ਚਲਾ ਦਿਓ। ਇਹ 'ਚ ਕੀ ਗੱਲ ਆ? ਪੈਸੇਂਜਰ ਵੀ, ਕਿਉਂਕਿ ਤਿਉਹਾਰ ਨੇ ਯਾਰ, ਲੋਕਾਂ ਨੇ ਸਾਰਿਆਂ ਨੇ, ਕਿਸੇ ਨੇ ਬਿਹਾਰ ਜਾਣਾ, ਯੂਪੀ ਜਾਣਾ, ਮਹਾਰਾਸ਼ਟਰ ਜਾਣਾ, ਉਹਨਾਂ ਨੂੰ ਵੀ ਅਸੀਂ ਦੇਖਣਾ, ਦੀਵਾਲੀ ਦੇ ਦਿਨ ਨੇ, ਹੋਰ ਤਿਉਹਾਰਾਂ ਦੇ ਦਿਨ, ਉਹਨਾਂ ਨੂੰ ਅਸੀਂ ਕਿਵੇਂ ਉਰੇ ਰੋਕ ਕੇ ਰੱਖ ਸਕਦੇ ਹਾਂ। ਪਰ ਚਲੋ ਇਹ ਸਾਰੀਆਂ ਗੱਲਾਂ ਹੋਈਆਂ। ਹੁਣ 13 ਤਰੀਕ ਦੀ ਤੁਹਾਡੇ ਮੂਹਰੇ ਗੱਲ ਆਈ ਹੈ, ਪਰ ਇਹ ਅਮਿਤ ਸ਼ਾਹ ਉਹਨਾਂ ਦੀ ਇਹ ਪਹਿਲ ਕਦਮੀ ਆ। ਉਹਨਾਂ ਨੇ ਵੱਡਾ ਦਿਲ ਦਿਖਾਇਆ ਵੀ ਅਸੀਂ ਇਹ ਗੱਲ ਕਰਨ ਨੂੰ ਤਿਆਰ ਹਾਂ। ਇਹ ਵੀ ਗੱਲ ਕਹੀ ਉੱਥੇ ਔਜਲਾ ਸਾਹਿਬ ਨੇ, ਇਹ ਕਿਹਾ ਵੀ ਤੁਹਾਡੇ ਮੰਤਰੀ, ਤੁਹਾਡੇ ਪ੍ਰਧਾਨ ਵੱਲੋਂ ਐਸੇ ਬਿਆਨ ਆਉਂਦੇ ਰਹੇ ਨੇ, ਜਦੋਂ ਨੱਡਾ ਸਾਹਿਬ ਵੱਲੋਂ, ਤੁਸੀਂ ਹੋਰ ਨੂਣ ਛਿੜਕਦੇ ਰਹੇ ਹੋ। ਤੇ ਮੈਂ ਦੂਜੀ ਗੱਲ ਇਹ ਕਹੀ ਵੀ ਅਸੀਂ ਸਰਕਾਰ ਆ ਉੱਥੇ, ਅਸੀਂ ਕਦੇ ਚਾਹਾਂਗੇ ਵੀ ਪੰਜਾਬ ਦੇ ਵਿੱਚ ਅੱਗ ਲੱਗੇ, ਪੰਜਾਬੀਆਂ ਨੂੰ ਕੋਈ ਨੁਕਸਾਨ ਹੋਵੇ? ਤੇ ਤੁਸੀਂ ਇਹ ਕਿਵੇਂ ਸੋਚ ਲਿਆ? ਤੇ ਉਹਨਾਂ ਦੀ ਵੀ ਹੋਮ ਮਿਨਿਸਟਰ ਆ, ਉਹਦੇ ਕੋਲ ਆਈਬੀ ਦੀਆਂ ਏਜੰਸੀਜ਼ ਦੀਆਂ ਰਿਪੋਰਟਾਂ ਜਦੋਂ ਗਈਆਂ ਵੀ ਵਾਕਈ ਜੈਨੂਅਨ ਕਿਸਾਨ ਬੈਠਾ ਹੈ ਉੱਥੇ, ਕਿਸੇ ਪਾਰਟੀ ਦੀ ਕੋਈ ਲੈਣਾ ਦੇਣ ਨਹੀਂ। ਤੇ ਜਦੋਂ ਇਹ ਗੱਲ ਉੱਥੇ ਹੋਈ, ਮੈਂ ਸਾਫ਼ ਤੌਰ ਤੇ ਕਹਿਣਾ ਵੀ ਜਦੋਂ ਉਹਨਾਂ ਨੂੰ ਇਹ ਗੱਲ 1 ਮਿੰਟ 'ਚ ਉਹਨਾਂ ਨੇ ਕਿਹਾ ਵੀ ਬਿਲਕੁਲ ਰਵਨੀਤ, ਇਸ ਗੱਲ ਨੂੰ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਮੰਤਰੀ, ਸਾਡੇ ਮੰਤਰੀ, ਦੋਨੋਂ ਹੀ ਕਿਸਾਨ ਯੂਨੀਅਨ ਨਾਲ ਉਹਨਾਂ ਦੀ ਰਿਕੁਐਸਟ ਕਰਕੇ ਜਿੱਥੇ ਚਾਹਣਗੇ ਬੈਠਣਗੇ, ਉਦੋਂ ਹੀ ਡੈਡਲੌਕ ਖਤਮ ਹੋ ਗਿਆ, ਗੱਲ ਖਤਮ ਹੋ ਗਈ। ਤੇ ਹੁਣ ਕਿਸਾਨ ਯੂਨੀਅਨ ਆ ਜਿਹੜੇ, ਉਹ ਗੱਲ ਆ ਲਖਵਾਲ ਸਾਹਿਬ ਦਾ, ਦੂਜੇ ਰਾਜੋਆਣਾ ਸਾਹਿਬ ਨਾਲ ਵੀ ਗੱਲ ਆ ਜਿਹੜੀ ਉਹਨਾਂ ਦੀ ਹੋ ਗਈ। ਤੇ ਬਾਕੀ ਜਥੇਬੰਦੀਆਂ ਨੇ ਕਿਹਾ ਅਸੀਂ ਕਿਸੇ ਦੀ, ਜਦੋਂ ਉੱਤੋਂ ਇਸ਼ਾਰਾ ਹੋ ਗਿਆ, ਹੁਣ ਕ੍ਰਿਸ਼ੀ ਮੰਤਰੀ ਵੀ ਪਿਊਸ਼ ਗੋਇਲ ਹੁਣ ਸਾਰੇ ਹੀ ਕਰਨਗੇ ਜਦੋਂ ਅਮਿਤ ਸ਼ਾਹ ਉਹਨਾਂ ਦਾ ਇਸ਼ਾਰਾ ਹੋ ਗਿਆ। ਤੇ ਇਸ ਕਰਕੇ ਬਹੁਤ ਵਧੀਆ ਮੌਕਾ ਹੈ। ਤੇ ਇਹ ਵੀ ਉਹਨਾਂ ਨੇ ਕਿਹਾ, ਮੈਨੂੰ ਕੱਲ ਦਾ ਨਹੀਂ ਪਤਾ ਵੀ ਇਹ ਹੁਣ ਕੀ ਕਰਦੇ ਆ ਸਾਡੇ, ਕਿਉਂਕਿ ਇਹ ਬੀਜੇਪੀ ਵਾਲੇ ਹਟਣਗੇ ਨਹੀਂ ਨਾ, ਉਰੇ ਵਾਲੇ ਇਹ ਕਹਿਣਗੇ ਨਹੀਂ ਜੀ ਸਾਨੂੰ ਬਿਠਾਓ ਵਿੱਚ। ਇਹ ਹੁਣ ਜੇ ਕੋਈ ਉੱਥੇ ਮਾੜੀ ਮੋਟੀ ਫੇਰ ਇਹੋ ਜੀ ਹਲਕੀ ਗੱਲ ਆ ਜਿਵੇਂ ਕਰਦੇ ਆ, ਕਰਨਗੇ ਜੇ ਸਿਆਸਤ ਪੰਜਾਬ 'ਚ, ਜੇ ਤਾਂ ਇਹ ਸਿਰਫ 22 ਦੀ ਇਲੈਕਸ਼ਨ ਦੇਖ ਕੇ ਬੀਜੇਪੀ ਵਾਲੇ ਗੱਲ ਕਰਨਗੇ, ਹਲਕੀ ਗੱਲ, ਫਿਰ ਦੁਬਾਰਾ ਨੁਕਸਾਨ ਹੋ ਸਕਦਾ। ਜੇ ਕੋਈ ਚੰਗੇ ਲੀਡਰ, ਜਿਵੇਂ ਮੈਂ ਕਿਹਾ ਵੀ ਪੁਰਾਣੇ ਲੀਡਰ, ਪ੍ਰਧਾਨ ਨੂੰ ਬਿਠਾ ਲੈਣ, ਇਹਨਾਂ ਨੂੰ ਵੀ ਬਿਠਾ ਲੈਣ ਜਿਹੜਿਆਂ ਨੂੰ ਚਮਚੇ ਕਿਹਾ ਏ, ਪਰ ਉਹਦੇ ਵਿੱਚ ਸੋਲਿਡ ਜਿਹੜੇ ਬੀਜੇਪੀ ਦੇ ਪੁਰਾਣੇ ਨੇ, ਸੰਪਲਾ ਸਾਹਿਬ ਨੂੰ, ਸੋਮ ਪ੍ਰਕਾਸ਼ ਜੀ ਬੈਠਣਗੇ, ਅਵਿਨਾਸ਼ ਰਾਏ ਖੰਨਾ ਜੀ ਵਰਗਿਆਂ ਨੂੰ ਬਿਠਾਉਣ, ਹੋਰ ਪੁਰਾਣੇ ਬੜੇ ਲੀਡਰ ਨੇ, ਜਾਨੀ ਸਾਹਿਬ ਵਰਗੇ ਬਿਠਾਉਣ, ਗੱਲ ਮੁੱਕ ਜੂਗੀ। ਨਾਲੇ ਅਸੀਂ ਤਾਂ ਇਸ ਗੱਲ ਦੇ ਹੈ ਹੀ ਨਹੀਂ ਕਿ ਕੋਈ ਕ੍ਰੈਡਿਟ ਥੋੜੀ ਲੈਣਾ ਬਈ ਉਰੇ ਦਾ ਮਰਨ ਜਿਉਣ ਦਾ, ਇੱਥੇ ਕਾਂਗਰਸ ਅਕਾਲੀ ਦਲ ਦੀ ਤਾਂ ਕੋਈ ਗੱਲ ਹੀ ਨਹੀਂ ਗੀ। ਕਿਉਂਕਿ ਬਿਹਾਰ ਇਲੈਕਸ਼ਨ ਨੂੰ ਲੈ ਕੇ ਬੀਜੇਪੀ ਦੇ ਦੇ ਵਿੱਚ ਵੀ ਅਸੀਂ ਆਪਣੀ ਸਰਕਾਰ ਪੰਜਾਬ 'ਚ ਬਣਾਵਾਂਗੇ, ਕਿਉਂਕਿ ਸਾਰੀ ਸਰਕਾਰਾਂ ਨੂੰ ਪੰਜਾਬ ਦੇ ਲੋਕ ਦੇਖ ਚੁੱਕੇ ਨੇ, ਵਰਤ ਚੁੱਕੇ ਨੇ। ਪਰ ਕੌਣ ਕਹਿੰਦਾ? ਬੀਜੇਪੀ ਵਾਲੇ, ਜੀਵਨ ਗੁਪਤਾ। ਉਹ ਯਾਰ ਕੀ ਗੱਲ ਕਰ ਰਿਹਾ ਤੂੰ? ਆ ਬੀਜੇਪੀ ਵਾਲੇ ਹੀ ਸੀਗੇ 10 ਸਾਲ, ਕੌਣ ਸੀ? ਅਕਾਲੀ ਦਲ ਤੇ ਬੀਜੇਪੀ ਸੀ। ਇਹ ਕਿਹੜੀ ਨਵੀਂ? ਜਿੰਨੇ ਮਹਿਕਮੇ ਸੀ ਸਾਰੇ, ਆ ਜਿੰਨੇ ਵੱਡੇ ਮਹਿਕਮੇ ਆ, ਤੁਹਾਡਾ ਸ਼ਹਿਰ ਦੀ ਲੁਧਿਆਣੇ ਦੀ ਗੱਲ ਕਰ ਲਓ, ਕਿਹਦੇ ਕੋਲ ਸੀ 10 ਸਾਲ ਲੋਕਲ ਬਾਡੀਜ਼ ਬਈ? ਕਿਸ ਨੇ ਰੋਕਿਆ ਸੀ ਕੁਝ ਕਰਨ ਨੂੰ? ਇਹਨਾਂ ਨੂੰ ਤਾਂ ਸਭ ਨੂੰ ਦੇਖਿਆ ਹੋਇਆ ਕਿਸੇ ਨੇ। ਬੀਜੇਪੀ ਵਾਲੇ ਤਾਂ ਬਹੁਤ ਗਲਤ ਫਹਿਮੀ 'ਚ ਨੇ। ਬੀਜੇਪੀ ਵਾਲਿਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭਣੇ, ਬੂਥ ਲਾਉਣ ਵਾਲੇ ਨਹੀਂ ਲੱਭਣੇ। ਇਹ ਤਾਂ ਦੋਨੋਂ ਆਪਸ ਵਿੱਚ ਅਕਾਲੀ ਦਲ ਤੇ ਬੀਜੇਪੀ ਆ ਨਾ, ਜਿਹੜਾ ਇਹ ਖੇਡ ਰਹੇ ਆ ਇੱਕ ਦੂਜੇ ਨੂੰ, ਉਹਨੂੰ ਜੁਆਇਨ ਕਰਾ ਲਿਆ, ਉਹਨੂੰ ਕਰਾ ਲਿਆ। ਇਹਨਾਂ ਦੀ ਲੜਾਈ ਤਾਂ ਸਿਰਫ ਇੱਥੇ ਤੱਕ ਸੀਮਤ ਰਹਿ ਜਾਣੀ ਆ, ਲੀਡਰਾਂ ਤੱਕ ਜੁਆਇਨ। ਥੱਲੇ ਤਾਂ ਦੇਖੋ, ਜਿਹਨੂੰ ਤੁਸੀਂ ਇੱਕ ਦੂਜੇ ਨਾਲ ਜੁਆਇਨ ਕਰਾ ਲਿਓ, ਥੱਲੇ ਕੀ ਬੇਸ ਆ? ਕੋਈ ਹੈ ਉਹਦੇ? ਤੇ ਇਹ ਗੱਲ ਲੋਕਾਂ ਭਲੀ ਭਾਂਤੀ ਜਾਣਦੇ ਆ। ਇੰਡਸਟਰੀ ਮਹਿਕਮਾ ਜਿਹੜਾ ਸ਼ਹਿਰਾਂ ਨਾਲ ਜੁੜੇ, ਇੰਡਸਟਰੀ
ਲੋਕਲ ਬਾਡੀਜ਼, ਜਿਆਨੀ ਸਾਹਿਬ, ਹੈਲਥ ਦਾ ਮਹਿਕਮਾ, ਸਾਰੇ ਹੀ ਮਹਿਕਮੇ ਇਹਨਾਂ ਕੋਲ ਸੀ। ਕਿਹੜਾ ਮਹਿਕਮਾ ਨਹੀਂ ਸੀਗਾ ਇਹਨਾਂ ਕੋਲ? ਰੂਰਲ ਜਿਹੜੇ ਮਹਿਕਮੇ ਸੀ ਉਹ ਅਕਾਲੀ ਦਲ ਕੋਲ ਸੀ, ਸ਼ਹਿਰ ਦੇ ਮਹਿਕਮੇ ਜਿਹੜੇ ਮਲਾਈਦਾਰ ਮਹਿਕਮੇ ਸੀ ਉਹ ਸਾਰੇ ਬੀਜੇਪੀ ਲੁੱਟਦੀ ਰਹੀ ਆ। ਇਹਨਾਂ ਦੇ ਦੌਰਾਨ ਹੀ ਇੰਡਸਟਰੀ ਜਿਹੜੀ ਇਹ ਵਾਜਪਾਈ ਜੀ ਸੀ, ਜਦੋਂ 10 ਸਾਲ ਤੋਂ ਬਾਅਦ ਸਾਰੇ ਜੰਮੂ ਕਸ਼ਮੀਰ ਨੂੰ, ਉੱਤਰਾਖੰਡ ਨੂੰ, ਹਿਮਾਚਲ ਪ੍ਰਦੇਸ਼ ਨੂੰ, ਇੰਡਸਟਰੀ ਨੂੰ ਕਿਹਨੇ ਬੈਨੀਫਿਟ ਦਿੱਤੇ? ਜੇ ਅਗਰ ਬਿਹਾਰ 'ਚ ਨੇ ਜਿੱਤ ਹੁੰਦੀ ਹੈ ਤਾਂ ਇਹ 'ਚ ਈਵੀਐਮ ਮਸ਼ੀਨਾਂ ਦਾ, ਕਿਉਂਕਿ ਹਰ ਵਾਰ ਕਾਂਗਰਸ ਈਵੀਐਮ ਮਸ਼ੀਨ। ਦੇਖੋ, ਮੈਂ ਇਹ ਗੱਲ ਹਜੇ ਨਹੀਂ ਕਹੂੰਗਾ, ਇਹ ਸਾਡੀ ਪਾਰਟੀ ਹੈ ਜਿਹੜੀ ਸੈਂਟਰ ਲੀਡਰਸ਼ਿਪ ਹੈ ਸਾਡੀ, ਉਹ ਇਸ ਤੇ ਫੈਸਲਾ ਕਰੂਗੀ। ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ, ਤੁਹਾਡਾ ਚੈਨਲ ਵੀ ਵਿੱਚ ਸੀ, ਤੇ ਜਿਨ੍ਹਾਂ ਨੇ ਹਰ ਇੱਕ ਜਿਹੜਾ ਵੀ ਸਰਵੇ ਆਇਆ, ਚਾਹੇ ਉਹ ਅੰਬਾਨੀ ਦੇ ਚੈਨਲ ਹੋਣ, ਚਾਹੇ ਉਹ ਰਿਲਾਇੰਸ ਦੇ ਚੈਨਲ ਹੋਣ, ਉਹਨਾਂ ਨੇ ਵੀ ਜਿੱਤ ਜਿਹੜੀ ਦਿੱਤੀ ਮਹਾਗਠਬੰਧਨ ਨੂੰ ਦਿੱਤੀ ਸੀ, ਤੇਜਸਵੀ ਨੂੰ ਦਿੱਤੀ ਸੀ। ਤੇ ਰੈਲੀਆਂ 'ਚ ਵੀ ਪਤਾ ਲੱਗਦਾ ਸੀ ਵੀ ਲੋਕ ਇਸ ਵੱਡੀ ਗਿਣਤੀ 'ਚ ਇਕੱਠੇ ਹੋਏ ਆ, ਪਰ ਰਿਜ਼ਲਟ ਜਿਹੜਾ ਹੈ ਉਸ ਹਿਸਾਬ ਨਾਲ ਅੱਜ ਨਹੀਂ ਗਾ। ਇਹ ਗੱਲ ਮੈਂ ਮੰਨਦਾ। ਐਸਟੀਐਫ ਬਣਾਈ ਸੀਗੀ ਨਸ਼ਿਆਂ ਨੂੰ ਰੋਕਣ ਲਈ, ਬੜਾ ਵਧੀਆ ਕੰਮ ਕੀਤਾ, ਅਕਾਲੀ ਦਲ ਨਾਲ ਸੰਬੰਧਿਤ ਬੰਦੇ ਵੀ ਅਰੈਸਟ ਕੀਤੇ, ਪਰ ਕਾਂਗਰਸ ਦੀ ਸਰਕਾਰ 'ਚ ਉਹੀ ਨਸ਼ਾ ਤਸਕਰਾਂ ਦੇ ਅੱਗੇ ਪਾਇਲਟ ਜਿਪਸੀਆਂ ਤੇ ਗਨਮੈਨ ਚੱਲਦੇ ਨਾਕਿਆਂ ਤੇ ਸਲੂਟ ਵੱਜਦੇ। ਦੇਖੋ, ਜਿਹਦੀ ਤੁਸੀਂ, ਮੈਂ ਤਾਂ ਸਾਫ਼ ਨਾਂ ਲੈ ਦਿੰਦਾ, ਜਿਹਦੀ ਗੱਲ ਕਰਦੇ ਹੋ ਤੁਸੀਂ, ਕੋਈ ਆ ਜਿਹੜਾ ਸਰਪੰਚ ਫੜਿਆ ਗਿਆ ਪਿਛਲੇ ਦਿਨਾਂ 'ਚ, ਇਹ ਲੋਕ ਜਿਹੜੇ ਨੇ ਨਾ, ਇਹ ਪੋਲੀਟੀਕਲ ਲੋਕਾਂ ਦੇ ਆਲੇ ਦੁਆਲੇ ਤਾਂ ਇਹ ਫੋਟੋਆਂ ਖਿਚਾਉਣ ਨੂੰ ਫਿਰਦੇ ਹੀ ਰਹਿੰਦੇ ਆ। ਪਰ ਨਹੀਂ, ਪਾਇਲਟ ਜਿਪਸੀਆਂ ਚੱਲਦੀਆਂ ਨੇ, ਮੈਂ ਸਾਰੀ ਓਐਸਡੀ ਅੰਕਿਤ ਬਾਂਸਲ ਦੀ ਗੱਡੀ 'ਚ ਬੈਠ ਕੇ ਇੱਕ ਦੂਜੇ ਨਾਲ, ਮੈਂ ਹਰੇਕ ਗੱਲ ਤੇ ਆਉਣਾ, ਕੱਲੀ ਗੱਲ, ਮੈਂ ਕਦੇ ਵੀ ਕਿਸੇ ਗੱਲ ਤੋਂ ਭੱਜਿਆ ਨਹੀਂ, ਤੁਹਾਨੂੰ ਵੀ ਪਤਾ, ਮੈਂ ਹਰ ਗੱਲ ਦਾ ਜਵਾਬ ਦੇ ਕੇ ਜਾਂਦਾ। ਇਹ ਜਿਹੜੇ ਲੋਕ ਨੇ, ਇਹ ਹਰ ਵੇਲੇ ਕਿਤੇ ਨਾ ਕਿਤੇ ਕੋਈ ਐਸੀ ਤਾਕ 'ਚ ਰਹਿੰਦੇ ਨੇ। ਕੱਲ ਮੈਂ ਔਨ ਰਿਕਾਰਡ ਗੱਲ ਇਹ ਸੁਣ ਰਿਹਾ ਸੀ ਚੈਨਲ ਤੇ, ਗੁਰਕੀਰਤ ਸਿੰਘ ਇੰਟਰਵਿਊ ਦੇ ਰਹੇ ਸੀ ਵੀ ਜਿਹੜੀ ਇਹ ਪਾਇਲਟ ਜਿਪਸੀ ਇਹਦੇ ਅੱਗੇ ਜਾ ਰਹੀ ਆ, ਇਹ ਜਿਹੜੀ ਆ 2015 ਦੀ ਫੋਟੋ ਆ, ਜਿਹੜੀ ਉਹ ਗੱਡੀ ਦਾ ਨੰਬਰ, ਕਿਉਂਕਿ ਉਹ ਤਾਂ ਸਾਫ਼ ਦਿਖ ਰਿਹਾ ਵੀ ਇਹ ਗੱਡੀ ਕਿਹਦੀ ਆ, ਪਾਇਲਟ ਜਿਪਸੀ ਜਿਹੜੀ ਮੂਹਰੇ ਜੀ 'ਚੋਂ ਪਿਆ ਏ। ਪਰ ਜਿੱਥੇ ਤੱਕ ਤੁਸੀਂ ਗੱਲ ਕੀਤੀ ਆ ਕਾਂਗਰਸ ਦੇ ਓਐਸਡੀ ਦੀ ਜਾਂ ਕਿਸੇ ਹੋਰ ਕਾਂਗਰਸ ਦੇ ਲੀਡਰ ਦੀ, ਬਥੇਰਿਆਂ ਦੀਆਂ ਸਾਡੇ ਨਾਲ 20 ਵਾਰ ਹੋਇਆ ਵੀ ਐਸੀਆਂ ਫੋਟੋਆਂ ਆ ਜਾਂਦੀਆਂ। ਪਰ ਹਾਂ, ਜਿੱਥੇ ਤੱਕ ਤੁਸੀਂ ਅੰਕਿਤ ਬਾਂਸਲ ਦੀ ਗੱਲ ਕੀਤੀ ਆ, ਇਹ ਦੇਖਣਾ ਪਊਗਾ ਵੀ ਉਹਦੇ ਕੋਲ ਕੌਣ ਉਹ ਬੰਦਾ ਲੈ ਕੇ ਆਇਆ, ਅੱਗੇ ਮਿਲਾਉਣ ਵਾਲਾ ਕੌਣ ਆ। ਹੁਣ ਮੇਰੇ ਨਾਲ ਰਾਜਾ ਬੈਠਾ ਹੈ, ਇਹ ਕੱਲ ਨੂੰ ਕੋਈ ਨਾਲ ਐਸਾ ਬੰਦਾ ਨਾਲ ਲੈ ਆਵੇ ਤੇ ਮੇਰੇ ਘਰੇ ਵਾੜ ਕੇ ਆਪਣੀ ਗੱਡੀ 'ਚ ਬਿਠਾ ਕੇ ਕਹੇ ਮੇਰੇ ਬੈਠੋ ਬਿੱਟੂ ਜੀ, ਤੇ ਕਈ ਵਾਰ ਪਤਾ ਹੀ ਨਹੀਂ ਹੁੰਦਾ। ਤੇ ਮੈਂ ਇਹ 'ਚ ਮੁੱਕਰਦਾ ਨਹੀਂ, ਜਿਹੜੀਆਂ ਫੋਟੋਆਂ ਆਈਆਂ ਅੰਕਿਤ ਬਾਂਸਲ ਨਾਲ ਆਈਆਂ, ਸਾਡੇ ਕਾਂਗਰਸੀ ਲੀਡਰਾਂ ਨਾਲ ਵੀ ਆਈਆਂ, ਪਰ ਇਹ ਬੰਦੇ, ਇਹ ਦੇਖਣਾ ਕਈ ਵਾਰ, ਹਾਂ ਜੇ ਇੱਕ ਵਾਰੀ, 2 ਵਾਰੀ, 3 ਵਾਰੀ ਜੇ ਹੋਵੇ ਫੋਟੋਆਂ, ਫੇਰ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ। ਪਹਿਲੀ ਵਾਰ ਫੋਟੋਆਂ ਦੀ ਗੱਲ ਨਹੀਂ ਕਰਦੇ ਅਸੀਂ, ਫੋਟੋਆਂ ਚਲੋ ਆ ਜਾਂਦੀਆਂ ਤੁਹਾਡੀ, ਇੱਕ ਮਿੰਟ ਵਾਰੀ ਫੋਟੋਆਂ ਦੀ ਗੱਲ ਨਹੀਂ, ਲੇਕਿਨ ਜਿਹੜਾ ਉਹਦਾ ਰੋਲ ਇਨਵੈਸਟੀਗੇਸ਼ਨ ਹੋ ਰਿਹਾ ਉਹ ਡਰੱਗਸ ਦਾ ਹੋ ਰਿਹਾ, ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਪਾਇਲਟ ਜਿਪਸੀ ਕਿਹਨੇ ਦਿੱਤੀ ਸੀਗੀ ਤੇ ਗਨਮੈਨ ਕਿਹਦੇ ਨਾਲ ਚੱਲਦੇ। ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਮੈਂ ਵੀ ਤੁਹਾਡੇ ਨਾਲ, ਚਾਹੇ ਕੋਈ ਮੇਰਾ ਮੈਂ ਵੀ ਹੋਵਾਂ, ਮੇਰੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਤੇ ਜਿਹੜਾ ਅਫਸਰ ਐਸਟੀਐਫ ਦਾ ਹੈ ਹਰਪ੍ਰੀਤ ਸੰਧੂ, ਉਹ ਤੇ ਕੋਈ ਕੁਐਸਚਨ ਨਹੀਂ ਕਰ ਸਕਦਾ। ਜਿਹੜੀ ਉਹ ਮੈਂ ਪੜ੍ਹ ਰਿਹਾ ਸੀ ਰਿਪੋਰਟ ਵੀ ਉਹ ਕਈ ਘੰਟੇ ਇਨਵੈਸਟੀਗੇਸ਼ਨ ਲੁਧਿਆਣੇ 'ਚ ਆ ਕੇ ਉਹ ਕਰਕੇ ਗਏ ਆ। ਉਹ ਮੇਰੀ ਵੀ ਉਹਨਾਂ ਨਾਲ ਗੱਲ ਹੋਈ, ਹੋਰ ਅਫਸਰ ਸਵਾਨਾਂ ਨਾਲ ਗੱਲ ਹੋਈ ਵੀ ਇਹ ਐਸਾ ਬੰਦਾ ਸੀ ਜਿਹਨੇ, ਕਿਉਂਕਿ ਮੈਂ ਜਦੋਂ ਕੁਛ ਮਹੀਨੇ ਮੇਰੇ ਨਾਨਾ ਜੀ ਦੀ ਡੈਥ ਹੋਈ ਸੀ, ਮੈਂ ਭੋਗ 'ਤੇ ਸੀ, ਤੇ ਮੈਨੂੰ ਕਾਫੀ ਇਲਾਕੇ ਦੇ ਲੋਕਾਂ ਨੇ, ਪੁਰਾਣੇ ਸਰਦਾਰ ਬੇਅੰਤ ਸਿੰਘ ਦੇ ਸਾਥੀਆਂ ਨੇ ਜਿਹੜੇ ਪੈੜ ਹਲਕੇ ਤੋਂ ਲੋਕ ਸੀ, ਉਹਨਾਂ ਨੇ ਇਹ ਗੱਲ ਕਹੀ ਜੀ ਵੀ ਤੁਸੀਂ ਇਹ ਗੱਲ ਕਰਦੇ ਹੋ ਵੀ ਇੱਕ ਇੱਥੇ ਬੰਦਾ ਹੈ ਜਿਹੜਾ ਅੱਜ ਵੀ ਉਹ ਉਸੇ ਤਰੀਕੇ ਨਾਲ ਬੜੀਆਂ ਗੱਡੀਆਂ 'ਚ ਘੁੰਮ ਰਿਹਾ, ਅੱਜ ਵੀ ਉਹਦੇ ਗੱਲ ਸੁਣਦੇ ਆ ਵੀ ਉਹ ਨਸ਼ਾ ਵੇਚ ਰਿਹਾ। ਇਹ ਸਾਡੇ ਬੱਚੇ, ਉਹਨਾਂ ਨੇ ਕਈਆਂ ਨੇ ਇਹ ਵੀ ਕਿਹਾ ਵੀ ਸਾਡੇ ਬੱਚੇ ਅੱਜ ਤੜਫ ਰਹੇ ਆ, ਇਸ ਬੰਦੇ ਨੇ ਉਹਨਾਂ ਨੂੰ ਨਸ਼ੇ ਤੇ ਲਾਇਆ। ਮੈਂ ਕਿਹਾ ਇਹ ਕੌਣ ਬੰਦਾ ਹੈ, ਮੈਂ ਤਾਂ ਅੱਜ ਤੱਕ ਜਾਣਦਾ ਨਹੀਂਗਾ, ਮੈਂ ਵੀ ਇੱਥੇ ਤਾਂ ਜੰਪਲ ਹਾਂ। ਫਿਰ ਉਹਨਾਂ ਨੇ ਦੱਸਿਆ ਤੇ ਸਾਰੀ ਗੱਲ ਇਹ ਉੱਤੇ ਤੱਕ ਹੋਈ ਗਈ। ਐਸਟੀਐਫ ਦੇ ਮਗਰ ਪਹਿਲਾਂ ਲੱਗੀ ਹੋਈ ਸੀ, ਪਰ ਜਦੋਂ ਇਹਦੀ ਗੱਲ ਸਾਰੇ ਐਡੀ ਵੱਡੀ ਹੋ ਗਈ, ਤੇ ਤੁਸੀਂ ਇਹ ਵਿਸ਼ਵਾਸ ਮੈਂ ਰੱਖਦਾ, ਚਾਹੇ ਉਹ ਮੈਂ ਹੋਵਾਂ, ਚਾਹੇ ਅੰਕਿਤ ਬਾਂਸਲ ਹੋਵੇ, ਚਾਹੇ ਤੁਸੀਂ ਕਿਸੇ ਦੀਆਂ ਵੀ ਫੋਟੋਆਂ ਹੋਰ ਵੀ ਆਉਣਗੀਆਂ ਬੜੀਆਂ, ਹਜੇ ਤਾਂ ਇੱਕ ਦੀਆਂ ਨਾ, ਹਰ ਨੇ ਕੱਢਣੀਆਂ ਹੈ, ਤੁਹਾਨੂੰ ਵੀ ਪਤਾ। ਉਹ ਹਰ ਪੋਲੀਟੀਕਲ, ਇਹ ਬੰਦੇ ਕਿਉਂਕਿ ਇਹਨਾਂ ਕੋਲ ਪੈਸਾ ਹੁੰਦਾ, ਗੱਡੀਆਂ ਹੁੰਦੀਆਂ, ਪੋਲੀਟੀਕਲ ਰੈਲੀਆਂ, ਛੋਟੇ ਲੀਡਰ ਨੇ ਜਿਹੜੇ, ਉਹਨਾਂ ਨੂੰ ਕਹਿ ਦਿੰਦੇ ਆ ਵੀ ਅਸੀਂ ਭਾਈ ਤੁਹਾਡੇ ਲਈ 50 ਗੱਡੀਆਂ ਲੈ ਕੇ ਆਉਂਦੇ ਆ। ਨਸ਼ੇ ਵਾਲੇ ਬੰਦੇ ਇਹਨਾਂ ਕੋਲ ਹੁੰਦੇ ਆ, 100 ਬੰਦਾ, ਅਸੀਂ ਰੈਲੀ 'ਚ ਆ ਜਾਂਦੇ ਆ ਤੇ ਨਾਅਰੇ ਮਾਰਦੇ ਆ ਕੇ ਨਾਲ ਖੜ ਜਾਂਦੇ ਆ ਤੇ ਫੋਟੋਆਂ ਖਿਚਾ ਕੇ ਤੁਰਦੇ ਬਣਦੇ ਆ। ਉਹ ਫੋਟੋਆਂ ਦਿਖਾਈ ਜਾਂਦੇ ਆ, ਮੈਂ ਦੇਖੀਆਂ ਇਹਦੀਆਂ, ਕਈ ਅਫਸਰਾਂ ਨਾਲ ਪਾਈਆਂ ਹੋਈਆਂ, ਕਈ ਮੁਬਾਰਕਾਂ, ਕਈ ਪੋਲੀਟੀਕਲ ਲੀਡਰਾਂ ਨਾਲ ਪਾਈਆਂ ਹੋਈਆਂ। ਪਰ ਉਹ ਜਿਹੜਾ ਅਫਸਰ ਹਰਪ੍ਰੀਤ ਸਿੱਧੂ, ਉਹ ਸਪਸ਼ਟ ਗੱਲ ਹੈ ਜਿਹੜੀ ਸਾਫ਼, ਉਹ ਕੱਢ ਕੇ ਮੂਹਰੇ ਰੱਖੂਗਾ। ਕੋਈ ਵੀ ਹੋਵੇ, ਉਹ ਇਸ ਗੱਲ ਦੇਖੋ, ਜਿਹੜਾ ਬੰਦਾ ਪੀੜ੍ਹੀਆਂ ਦਾ ਨਾਸ ਕਰਦਾ ਨਾ, ਇਸ ਨਾਲ ਉਹਨੂੰ
ਨਾ ਉਹਨੂੰ ਬਖਸ਼ਣਾ ਚਾਹੀਦਾ, ਜੇ ਕਿਸ ਦੀ ਮਦਦ, ਜੇ ਕਿਸ ਦੀ ਸਪੋਰਟ ਦਿਖਦੀ ਆ ਤੇ ਨਾ ਉਹਨੂੰ ਬਖਸ਼ਣਾ ਚਾਹੀਦਾ। ਮੈਂ ਉਸ ਲਾਈਨ 'ਚ ਖੜਾ ਹੋਊਂਗਾ। ਤੁਸੀਂ ਆਉਣ ਵਾਲੇ ਦਿਨਾਂ 'ਚ ਕਿਤੇ ਵੀ ਦਿਖੂਗੀ, ਮੈਂ ਸਭ ਤੋਂ ਪਹਿਲਾਂ ਹੋਊਂਗਾ ਵੀ ਭਾਈ ਇਹ ਬੰਦੇ ਨੂੰ ਪਾਰਟੀਆਂ 'ਚੋਂ ਵੀ ਇਹਨਾਂ ਨੂੰ ਬਾਹਰ ਹੋਣਾ ਚਾਹੀਦਾ ਤੇ ਸਜ਼ਾ ਵੀ ਮਿਲਣੀ ਚਾਹੀਦੀ ਆ। ਬਾਕੀ ਸਭ ਕੁਝ ਮਾਫ ਹੋ ਸਕਦਾ, ਪਰ ਇਹ ਨਸ਼ਾ ਜਿਹੜੀ ਸਾਡੀ ਪੀੜ੍ਹੀ ਨੂੰ ਗਾਲ ਰਿਹਾ ਪੰਜਾਬ ਦੀ ਨੂੰ, ਉਹ ਗਲਤੀ ਨਹੀਂ ਹੋ ਸਕਦੀ। ਤੇ ਇਹ ਬੰਦਾ ਉਹ ਨਾਮਵਰ ਬੰਦਾ ਏ, ਸਭ ਨੂੰ ਪਤਾ ਸੀ ਵੀ ਇਹ ਬਹੁਤ ਵੱਡਾ ਨਸ਼ੇ ਦਾ ਵਪਾਰੀ ਆ। ਜੇ ਫਿਰ ਵੀ ਕੋਈ ਇਹਦੇ ਕੋਲ ਜਾਂਦਾ ਸੀ ਜਾਂ ਇਹਨੂੰ ਕੋਈ ਜਿਪਸੀਆਂ ਦਿੰਦਾ ਸੀ ਤਾਂ ਉਹਦੇ ਮਾਫੀ ਸ਼ਬਦ ਉਹਦੇ ਲਈ ਨਹੀਂ ਗਾ। ਸਰ ਇੱਕ ਲਾਸਟ ਸਵਾਲ ਹੈ ਜੀ, ਟਰੰਪ ਦੀ ਹਾਰ ਤੇ ਭਾਰਤ ਦੀ ਰਾਜਨੀਤੀ 'ਚ ਕੀ ਫਰਕ ਪਵੇਗਾ? ਹੁਣ ਪਵੇਗਾ ਕੋਈ ਫਰਕ? ਦੇਖੋ, ਇੱਕ ਗੱਲ ਨੂੰ ਸਮਝੋ, ਜਦੋਂ ਆਪਾਂ ਇੱਕ ਪਾਸੇ ਆਪਣਾ ਦੁਸ਼ਮਣ ਪਾਕਿਸਤਾਨ ਖੜਾ ਤੇ ਇੱਕ ਪਾਸੇ ਚਾਈਨਾ ਖੜਾ ਏ, ਤੇ ਆਪਾਂ ਨੂੰ ਕਿਸੇ ਦੇਸ਼ ਨਾਲ ਤਾਂ ਆਪਾਂ ਰਹਿਣਾ ਹੀ ਆ ਨਾ। ਤੇ ਅਮਰੀਕਾ ਨੇ ਜਦੋਂ ਵੀ, ਚਾਹੇ ਪਹਿਲਾਂ ਸੀ ਚਾਹੇ ਡਾਕਟਰ ਮਨਮੋਹਨ ਸਿੰਘ ਵੇਲੇ ਸੀ, ਆਪਣੀ ਅਮਰੀਕਾ ਦੇ ਨਾਲ ਬਹੁਤ ਚੰਗੇ ਸੰਬੰਧ ਰਹੇ ਆ। ਮੌਕੇ ਤੇ ਆਪਾਂ ਨੂੰ ਸਾਰਿਆਂ ਨੇ ਸਪੋਰਟ ਕੀਤੀ ਜਦੋਂ ਪਾਕਿਸਤਾਨ ਦਾ ਐਸਾ ਮਸਲਾ ਸੀ। ਉਹਨਾਂ ਦਾ F-16 ਜਹਾਜ਼ ਵਰਤਿਆ ਗਿਆ, ਉਹਨਾਂ ਨੇ ਉਦੋਂ ਬਾਅਦ ਇਹ ਫੈਸਲਾ ਕੀਤਾ ਵੀ ਅੱਜ ਤੋਂ ਬਾਅਦ F-16 ਬੇਸ਼ੱਕ ਆ, F-16 ਦਾ ਕੋਈ ਵੀ ਅੱਗੇ ਸਮਾਨ ਆ ਜਿਹੜਾ ਉਹ ਅਸੀਂ ਪਾਕਿਸਤਾਨ ਨੂੰ ਪ੍ਰੋਵਾਈਡ ਨਹੀਂ ਕਰਾਂਗੇ ਵੀ ਜੇ F-16 ਲੜਾਈ 'ਚ ਯੂਜ਼ ਹੋਇਆ। ਕਿਉਂਕਿ ਪਹਿਲੀ ਸ਼ਰਤ ਇਹ F-16 ਦੀ ਜਿਨ੍ਹਾਂ ਨੂੰ ਵੀ ਉਹਨਾਂ ਨੇ ਦਿੱਤਾ ਵੀ ਇਹ ਲੜਾਈ ਦੇ ਵਿੱਚ ਨਹੀਂ ਵਰਤਿਆ ਜਾਊਗਾ। ਤੇ ਇਸ ਕਰਕੇ ਹੁਣ ਜਿਹੜੇ ਬਾਈਡਨ ਜਿਹੜੇ ਪ੍ਰਧਾਨ ਰਾਸ਼ਟਰਪਤੀ ਬਣਨ ਜਾ ਰਹੇ ਆ, ਤੇ ਨਾਲ ਸਾਡੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਜਿਹੜੀ ਬਣ ਜਾ ਰਹੇ ਆ ਜਿਹੜੇ, ਤੇ ਉਹ ਕਮਲਾ ਹੈਰਿਸਨ, ਤੇ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਪੰਜਾਬ ਦੇ ਨਾਲ ਤੇ ਨਾ ਹਿੰਦੁਸਤਾਨ ਦੇ ਨਾਲ, ਤੇ ਉਹ ਆਪਣੇ ਆਪ 'ਚ ਹੀ ਇੱਕ ਤੁਹਾਡੇ ਮੂਹਰੇ ਸਬੂਤ ਆ ਵੀ ਆਪਣੇ ਆਉਣ ਵਾਲੇ ਰਿਸ਼ਤੇ ਹੋਰ ਵਧੀਆ ਹੋਣਗੇ, ਘਟਣਗੇ ਨਹੀਂ। ਸੁਣਨ ਚ ਆਇਆ ਇਕੱਲੇ ਮਨਮੋਹਨ ਸਿੰਘ ਨੂੰ ਇਨਵਾਈਟ ਕੀਤਾ ਗਿਆ ਸਮਾਗਮ ਦੇ ਵਿੱਚ, ਸਮਾਗਮ ਨਹੀਂ, ਉਹ ਤਾਂ ਚਲੋ ਹਜੇ ਤਾਂ ਜਨਵਰੀ 'ਚ ਟਰਮ ਖਤਮ ਹੋਣੀ ਆ। ਮਨਮੋਹਨ ਸਿੰਘ ਜੀ ਨੂੰ ਇਨਵਾਈਟ ਕੀਤਾ, ਚੰਗੀ ਗੱਲ ਆ। ਹੋਰ ਵੀ ਸਾਰੇ, ਕਿਉਂਕਿ ਪ੍ਰਧਾਨ ਮੰਤਰੀਆਂ ਦਾ ਤਾਂ ਦੇਖੋ ਹਰੇਕ ਦਾ, ਮੈਂ ਕੋਈ ਇਹ ਨਹੀਂ ਕਹਿੰਦਾ ਅੱਜ ਆਪਾਂ ਇਸ ਦੇ ਜਿੱਥੇ ਜਦੋਂ ਤੱਕ ਦੇਸ਼ ਦੀ ਗੱਲ ਆ ਜਾਂਦੀ ਆ ਫਿਰ ਅਸੀਂ ਦੇਸ਼ ਦੇ ਨਾਲ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਆ, ਉਹਨਾਂ ਨੂੰ ਵੀ ਇਨਵਾਈਟ ਕਰਨਗੇ। ਪਰ ਹਜੇ ਉਹ ਸਮਾਂ ਲੰਬਾ ਹੈ ਕਿਉਂਕਿ ਟਰਮ ਜਿਹੜੀ ਜਨਵਰੀ ਤੱਕ ਉਹਨਾਂ ਦੀ ਖਤਮ ਹੋਣੀ ਹੈ, ਉਦੋਂ ਬਾਅਦ ਉਹ ਪ੍ਰੋਗਰਾਮ ਹੋਏਗਾ। ਤੇ ਰਿਸ਼ਤੇ ਅਮਰੀਕਾ ਨਾਲ ਆਪਣੇ ਚੰਗੇ ਨੇ, ਚੰਗੇ ਹੀ ਰਹਿਣਗੇ। ਸਭ ਦੇਸ਼ਾਂ ਦੇ ਸੰਬੰਧ ਆਪਸ ਦੇ ਵਿੱਚ ਹੋਣੇ ਚੰਗੀ ਗੱਲ ਹੈ, ਪਰ ਇੱਕ ਪ੍ਰਧਾਨ ਮੰਤਰੀ ਰਾਸ਼ਟਰਪਤੀ ਪਹਿਲਾਂ ਉੱਥੇ ਜਾ ਕੇ ਹਾਊਡੀ ਮੋਦੀ ਹੋਇਆ, ਫਿਰ ਇੱਥੇ ਆ ਕੇ ਨਮਸਤੇ ਟਰੰਪ ਹੋਇਆ, ਉਹ ਕਿੱਥੋਂ ਤੱਕ ਜਾਇਜ਼ ਹੈਗਾ ਜੀ? ਉਹ ਕਿਉਂਕਿ ਇਹਦਾ ਪੋਲੀਟੀਕਲ ਵੀ ਤਾਂ ਅਸਰ ਪੈਂਦਾ ਨਾ, ਜਿਹੜਾ ਨਵੇਂ ਰਾਸ਼ਟਰਪਤੀ ਆਏ। ਦੇਖੋ, ਇਹ ਕੁਦਰਤੀ ਪਹਿਲੀ ਵਾਰ ਐਸਾ ਹੋਇਆ। ਦੇਖੋ, ਜਿਹੜਾ ਮੈਂ ਇਹ ਗੱਲ ਤੁਹਾਡੇ ਔਨ ਰਿਕਾਰਡ ਕਹਿਣਾ, ਜਿਹੜਾ ਟਰੰਪ ਸੀ ਜਾਂ ਟਰੰਪ ਦੀ ਜਿਹੜੀ ਪ੍ਰੈਜ਼ੀਡੈਂਟਸ਼ਿਪ ਸੀ, ਉਹ ਹਰੇਕ ਚਾਹੇ ਇਮੀਗ੍ਰੈਂਟ ਜਿਹੜਾ ਜਾਣਾ ਚਾਹੁੰਦਾ ਸੀ ਉੱਥੇ, ਚਾਹੇ ਉਹ ਏਸ਼ੀਅਨ ਕੰਟਰੀਜ਼ ਤੋਂ ਹੋਵੇ, ਚਾਹੇ ਅਫਰੀਕਨ ਕੰਟਰੀਜ਼ ਤੋਂ ਹੋਵੇ, ਚਾਹੇ ਉਹ ਖਾਸ ਤੌਰ ਤੇ ਉਹਦਾ ਗਵਾਂਢੀ ਜਿਹੜਾ ਦੇਸ਼ ਆ ਆਪਣਾ, ਨਹੀਂ ਯੂਰਪ ਨਹੀਂ, ਚਾਹੇ ਮੈਕਸੀਕੋ ਹੋਵੇ ਜਿੱਥੇ ਸਭ ਤੋਂ ਵੱਧ ਲੋਕ ਕੰਮ ਕਰਦੇ ਆ। ਜੇ ਗੱਲ ਕਰੀਏ ਲਾਸ ਐਂਜਲਸ ਦੀ, ਇਸ ਸਾਈਡ ਦੀ ਗੱਲ ਕਰੀਏ, ਉਹਨੇ ਉਹਨਾਂ ਨੂੰ ਨਫ਼ਰਤ ਦੀ ਅੱਖ ਨਾਲ ਦੇਖਿਆ, ਕੋਸ਼ਿਸ਼ ਕੀਤੀ ਵੀ ਇਹ ਏਸ਼ੀਅਨ, ਅਫਰੀਕਨ, ਮੈਕਸੀਕੋ ਸਭ ਮੈਂ ਰੋਕ ਦੇਵਾਂ, ਮੇਰੇ ਦੇਸ਼ ਕੋਈ ਨਾ ਆਵੇ। ਇਸ ਦੇ ਉਲਟ ਜਾ ਕੇ ਜਦੋਂ ਕੋਸ਼ਿਸ਼ ਕੀਤੀ ਮੋਦੀ ਸਾਹਿਬ ਵੱਲੋਂ ਵੀ ਮੈਂ ਉੱਥੇ ਗੁਜਰਾਤੀਆਂ ਦਾ ਵੱਡਾ, ਕਿਉਂਕਿ ਤਾਕਤ ਦਾ ਪੈਸਾ ਹੈ, ਪਰ ਲੋਕਾਂ ਨੇ ਮੋਦੀ ਸਾਹਿਬ ਦੀ ਗੱਲ ਸੁਣੀ ਨਹੀਂ ਜਿਹੜੀ ਟਰੰਪ ਨੇ ਕੋਸ਼ਿਸ਼ ਕੀਤੀ ਸੀ ਲੋਕਾਂ ਨੂੰ। ਕਿਉਂਕਿ ਉਰੇ ਲੋਕ ਅੱਜ ਰੋਜ਼ ਹਮੇਸ਼ਾ ਜਾਣਾ ਚਾਹੁੰਦੇ ਨੇ ਅਮਰੀਕਾ ਜਾਂ ਹੋਰ ਦੇਸ਼ਾਂ ਦੇ ਵਿੱਚ, ਬਹੁਤ ਵੱਡੀ ਤਾਦਾਦ 'ਚ, ਚਾਹੇ ਉਹ ਆਪਣੇ ਪੰਜਾਬ ਦੇ ਹੀ ਹੋਣ, ਐਂ ਹੀ ਸਾਰੇ ਏਸ਼ੀਆ ਦੇ, ਐਂ ਹੀ ਸਾਰੇ ਅਫਰੀਕਨ ਕੰਟਰੀਜ਼ ਦੇ। ਉਹ ਜਿਹੜੀ ਨਫ਼ਰਤ ਦੀ ਅੱਖ ਨਾਲ ਦੇਖਿਆ ਨਾ, ਜਿਹੜਾ ਇੱਕ ਹਰ ਵੇਲੇ ਉਹਨਾਂ ਨੂੰ ਟਿੱਚਰ ਕੀਤੀ, ਇੱਕ ਆਪਣੇ ਆਪ ਨੂੰ ਮਤਲਬ ਆਪਣੇ ਆਪ ਨੂੰ ਇੱਕ ਖਾਸ ਤੌਰ ਤੇ ਆਪਣੇ ਆਪ ਨੂੰ ਪੇਸ਼ ਕੀਤਾ ਵੀ ਅਸੀਂ ਜਿਹੜੇ ਗੋਰੇ ਆ ਉਹ ਸਾਰਿਆਂ ਨੂੰ ਅਲੱਗ ਆ। ਤੇ ਫਿਰ ਇਸ ਵਾਰ ਸਾਰਿਆਂ ਨੇ, ਉਹਨਾਂ ਨੇ ਮਿਲ ਕੇ ਜਿਹੜਾ ਠੋਕਿਆ, ਤੁਹਾਡੇ ਮੂਹਰੇ ਹੀ ਰਿਜ਼ਲਟ ਜਿਹੜਾ ਆਇਆ ਉਹ ਟਰੰਪ ਦਾ ਦਿਖਾਤਾ ਵੀ ਏਸ਼ੀਅਨ 'ਚ ਕਿੰਨੀ ਤਾਕਤ ਆ, ਅਫਰੀਕਨ 'ਚ ਕਿੰਨੀ ਕੰਟਰੀ ਤੇ ਤਾਕਤ ਆ, ਮੈਕਸੀਕੋ ਵਾਲਿਆਂ 'ਚ ਕਿੰਨੀ ਤਾਕਤ ਆ। ਉਹ ਜੜ੍ਹਾਂ ਜਿਹੜੀਆਂ ਹਿਲਾ ਕੇ ਰੱਖਤੀਆਂ, ਉਹ ਜਹਾਜ਼ਾਂ ਤੱਕ ਹੀ ਰਹਿ ਗਿਆ ਟਰੰਪ। ਹੋਰ ਦੱਸੋ। ਸਾਰੇ